ਅੱਜ ਦੀ ਇਸ ਖਾਸ ਪੇਸ਼ਕਾਰੀ ਵਿੱਚ ਆਪ ਸਭ ਦਾ ਸਵਾਗਤ ਹੈ। ਆਪਾਂ ਅੱਜ ਸਿਰਫ ਇਤਿਹਾਸ ਬਾਰੇ ਗੱਲ ਨਹੀਂ ਕਰਨੀ, ਸਗੋਂ ਇਸ ਨੂੰ ਮਹਿਸੂਸ ਕਰਨਾ ਹੈ। ਸੋਚੋ ਜ਼ਰਾ, ਕਲਪਨਾ ਕਰੋ ਕਿ ਮੈਂ ਸਦੀਆਂ ਪਹਿਲਾਂ ਜਗਨਨਾਥਪੁਰੀ ਦੇ ਉਸ ਮਹਾਨ, ਵਿਸ਼ਾਲ ਮੰਦਿਰ ਵਿੱਚ ਖੜਾ ਹਾਂ, ਬਿਲਕੁਲ ਪੀੜ ਦੇ ਵਿਚਕਾਰ। ਸੂਰਜ ਹੌਲੀ-ਹੌਲੀ ਡੁੱਬ ਰਿਹਾ ਹੈ, ਆਕਾਸ਼ ਪੂਰਾ ਲਾਲ ਹੋਇਆ ਪਿਆ ਹੈ ਤੇ ਦੂਰੋਂ ਸਮੁੰਦਰ ਦੀਆਂ ਲਹਿਰਾਂ ਦੀ ਗੂੰਜ ਆ ਰਹੀ ਹੈ। ਮੈਂ ਇੱਥੇ ਇੱਕ ਅੱਖੀਂ ਜਿੱਠੇ ਗਵਾਹ ਵਜੋਂ ਖੜਾ ਹਾਂ। ਅੱਜ ਮੈਂ ਆਪਾਂ ਸਾਰਿਆਂ ਨਾਲ ਇੱਕ ਅਜਿਹੀ ਘਟਨਾ ਸਾਂਝੀ ਕਰਨੀ ਹੈ, ਸੱਚਮੁੱਚ ਇੱਕ ਅਜਿਹਾ ਪਲ ਜਿਸ ਨੇ ਕੁਦਰਤ ਅਤੇ ਪਰਮਾਤਮਾ ਬਾਰੇ ਮੇਰੀ ਪੂਰੀ ਸੋਚ ਹੀ ਬਦਲ ਕੇ ਰੱਖ ਦਿੱਤੀ। ਇਹ ਗੁਰੂ ਨਾਨਕ ਦੇਵ ਜੀ ਦੀ ਉਹ ਮਹਾਨ ਫੇਰੀ ਹੈ ਜਿਸ ਨੇ ਰੂਹਾਨੀਅਤ ਦੇ ਮਾਇਨੇ ਹੀ ਬਦਲ ਦਿੱਤੇ। ਹੁਣ ਇਸ ਹਵਾਲੇ ਵੱਲ ਧਿਆਨ ਦਿਓ। ਪਤਾ ਹੈ, ਉਸ ਜ਼ਮਾਨੇ ਵਿੱਚ ਸਾਡੇ ਸਾਰਿਆਂ ਦੀ ਸੋਚ ਬੜੀ ਸੀਮਿਤ ਜਹੀ ਸੀ। ਮੇਰੇ ਸਮੇਤ ਉੱਥੇ ਮੌਜੂਦ ਹਰ ਕੋਈ ਇਹੀ ਮੰਨਦਾ ਸੀ ਕਿ ਪਰਮਾਤਮਾ ਨੂੰ ਖੁਸ਼ ਕਰਨ ਦਾ ਬਸ ਇੱਕੋ ਇੱਕ ਤਰੀਕਾ ਹੈ ਕਿ ਮਹਿੰਗੀਆਂ ਭੇਟਾਂ ਚੜਾਓ, ਚਮਕਦੇ ਦੀਵੇ ਬਾਲੋ ਤੇ ਵੱਡੇ-ਵੱਡੇ ਚਾਂਦੀ ਦੇ ਥਾਲ ਲਿਆਓ। ਮਤਲਬ ਕਿ ਬਾਹਰੀ ਰਸਮਾਂ ਨੂੰ ਹੀ ਸਭ ਕੁਝ ਸਮਝਿਆ ਜਾਂਦਾ ਸੀ। ਕਿਸੇ ਨੂੰ ਇਹ ਅਹਿਸਾਸ ਹੀ ਨਹੀਂ ਸੀ ਕਿ ਸੱਚੀ ਭਗਤੀ ਤਾਂ ਕਿਤੇ ਡੂੰਘੀ ਦਿਲ ਦੀ ਸਫਾਈ ਵਿੱਚ ਹੁੰਦੀ ਹੈ। ਆਪਾਂ ਸਾਰੇ ਬਸ ਇਸੇ ਮਾਨਸਿਕਤਾ ਨਾਲ ਭਰੇ ਹੋਏ ਮੰਦਿਰ ਵਿੱਚ ਖੜੇ ਸਾਂ। ਭਾਗ ਪਹਿਲਾ, ਰਸਮਾਂ ਦਾ ਸ਼ੋਰ, ਦ੍ਰਿਸ਼ ਦੀ ਪੇਸ਼ਕਾਰੀ। ਆਓ ਉਸ ਵੇਲੇ ਦੇ ਮਾਹੌਲ ਨੂੰ ਥੋੜਾ ਹੋਰ ਨੇੜਿਓਂ ਮਹਿਸੂਸ ਕਰੀਏ। ਮੰਦਿਰ ਦੇ ਅੰਦਰ ਰੌਲਾ ਇੰਨਾ ਜ਼ਿਆਦਾ ਸੀ ਕਿ ਕੰਨ ਪਈ ਆਵਾਜ਼ ਨਹੀਂ ਸੀ ਸੁਣਦੀ। ਹਰ ਪਾਸੇ ਵੱਡੀਆਂ-ਵੱਡੀਆਂ ਘੰਟੀਆਂ ਦੀਆਂ ਗੂੰਜਾਂ ਠਨ-ਠਨ ਕਰਦੀਆਂ ਆ ਰਹੀਆਂ ਸਨ। ਹਵਾ ਵਿੱਚ ਚੰਦਨ ਦੀ ਤੇਜ਼ ਖੁਸ਼ਬੂ ਅਤੇ ਧੂਪ ਦਾ ਇੰਨਾ ਸੰਘਣਾ ਧੂਆਂ ਸੀ ਕਿ ਸਾਹ ਲੈਣਾ ਵੀ ਇੱਕ ਅਲੱਗ ਜਿਹਾ ਅਹਿਸਾਸ ਸੀ। ਜਿੱਧਰ ਦੇਖੋ ਘਿਓ ਦੇ ਦੀਵੇ ਜਗਮਗਾ ਰਹੇ ਸਨ। ਮਤਲਬ ਇੱਕ ਅਜਿਹਾ ਮਾਹੌਲ ਸੀ ਜੋ ਪੂਰੀ ਤਰ੍ਹਾਂ ਹਵਾਸਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦਾ ਸੀ। ਤੇ ਫਿਰ ਇਸੇ ਭਾਰੀ ਭੀੜ ਤੇ ਸ਼ੋਰ ਸ਼ਰਾਬੇ ਦੇ ਬਿਲਕੁਲ ਵਿਚਕਾਰ ਦੋ ਖਾਸ ਸ਼ਖਸੀਅਤਾਂ ਦਾ ਆਗਮਨ ਹੁੰਦਾ ਹੈ, ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ। ਜ਼ਰਾ ਸੋਚੋ, ਉਹ ਇੱਥੇ ਕਿਵੇਂ ਪਹੁੰਚੇ? ਸਾਲਾਂ ਬੱਧੀ ਪਿੰਡਾਂ, ਸ਼ਹਿਰਾਂ, ਵਗਦੇ ਦਰਿਆਵਾਂ ਤੇ ਉੱਚੇ ਪਹਾੜਾਂ ਦਾ ਸਫ਼ਰ ਤੈਅ ਕਰਕੇ। ਇੱਕ ਓਂਕਾਰ ਯਾਨੀ ਕਿ ਇੱਕੋ ਪਰਮਾਤਮਾ ਦਾ ਸੰਦੇਸ਼ ਦੇਣ ਲਈ ਇਹ ਲੰਮਾ ਸਫ਼ਰ ਉਹਨਾਂ ਨੂੰ ਦੱਖਣੀ ਭਾਰਤ ਦੇ ਇਸ ਵਿਸ਼ਾਲ ਧਾਰਮਿਕ ਕੇਂਦਰ ਵਿੱਚ ਲੈ ਆਇਆ ਸੀ, ਬਿਲਕੁਲ ਉਸੇ ਵਕਤ ਜਦੋਂ ਸੂਰਜ ਡੁੱਬ ਰਿਹਾ ਸੀ। ਭਾਗ ਦੂਜਾ, ਸ਼ਾਨਦਾਰ ਆਰਤੀ ਭੌਤਿਕ ਭੇਟਾ। ਖੈਰ, ਫਿਰ ਉਹ ਪਲ ਆਇਆ ਜਿਸ ਦੀ ਸਭ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਮੰਦਿਰ ਦੇ ਪੁਜਾਰੀ ਚਾਂਦੀ ਦੇ ਵੱਡੇ-ਵੱਡੇ ਅਤੇ ਬਹੁਤ ਭਾਰੇ ਥਾਲ ਲੈ ਕੇ ਬਾਹਰ ਆਏ। ਉਹਨਾਂ ਥਾਲਾਂ ਵਿੱਚ ਅਣਗਿਣਤ ਘਿਓ ਦੇ ਦੀਵੇ ਜਗ ਰਹੇ ਸਨ। ਅਚਾਨਕ ਸ਼ੰਖ ਜ਼ੋਰ-ਜ਼ੋਰ ਨਾਲ ਵੱਜਣ ਲੱਗੇ ਅਤੇ ਘੰਟੀਆਂ ਦਾ ਸ਼ੋਰ ਹੋਰ ਵੀ ਵੱਧ ਗਿਆ। ਇਹ ਸੱਚਮੁੱਚ ਇੱਕ ਬਹੁਤ ਹੀ ਸ਼ਾਨਦਾਰ ਤੇ ਵੱਡਾ ਬਾਰੀ ਪ੍ਰਦਰਸ਼ਨ ਸੀ। ਮੈਂ ਉੱਥੇ ਬਿਲਕੁਲ ਸਾਹਮਣੇ ਖੜਾ ਇਹ ਸਭ ਹੈਰਾਨੀ ਨਾਲ ਦੇਖ ਰਿਹਾ ਸੀ। ਪਰ ਇਸ ਸਾਰੇ ਦ੍ਰਿਸ਼ ਵਿੱਚ ਇੱਕ ਬੜੀ ਹੀ ਅਦਭੁਤ ਜਿਹੀ ਚੀਜ਼ ਹੋ ਰਹੀ ਸੀ। ਇੱਕ ਪਾਸੇ ਹਜ਼ਾਰਾਂ ਲੋਕ ਖੜੇ ਹੋ ਕੇ ਉਸ ਸ਼ੋਰ ਵਾਲੀ ਭਗਤੀ ਵਿੱਚ ਮਗਨ ਸਨ ਤੇ ਦੂਜੇ ਪਾਸੇ ਮੇਰੀ ਨਜ਼ਰ ਉਸ ਮਹਾਨ ਦਰਵੇਸ਼ ਤੇ ਪਈ। ਉਹ ਬਿਲਕੁਲ ਚੁੱਪਚਾਪ, ਅਡੋਲ, ਪੂਰੀ ਸ਼ਾਂਤੀ ਵਿੱਚ ਬੈਠੇ ਸਨ। ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਜਿਹਾ, ਬਹੁਤ ਹੀ ਖਿੱਚ ਪਾਉਣ ਵਾਲਾ ਨੂਰ ਸੀ। ਜਦੋਂ ਪੁਜਾਰੀਆਂ ਨੇ ਉਹਨਾਂ ਨੂੰ ਆਰਤੀ ਵਿੱਚ ਸ਼ਾਮਿਲ ਹੋਣ ਲਈ ਕਿਹਾ ਤਾਂ ਗੁਰੂ ਨਾਨਕ ਦੇਵ ਜੀ ਬਸ ਹੌਲੀ ਜਿਹੀ ਮੁਸਕਰਾਏ ਤੇ ਆਪਣੀ ਜਗ੍ਹਾ ਤੇ ਉਵੇਂ ਹੀ ਸ਼ਾਂਤ ਬੈਠੇ ਰਹੇ। ਹੁਣ ਆਪਾਂ ਕਲਪਨਾ ਕਰ ਸਕਦੇ ਹਾਂ ਕਿ ਉਸ ਵੇਲੇ ਹਵਾ ਵਿੱਚ ਕਿੰਨਾ ਤਣਾਅ ਪੈਦਾ ਹੋ ਗਿਆ ਹੋਵੇਗਾ। ਆਰਤੀ ਚੱਲ ਰਹੀ ਹੈ, ਲੋਕ ਥਾਲ ਘੁਮਾ ਰਹੇ ਨੇ, ਪਰ ਗੁਰੂ ਜੀ ਉਹ ਸ਼ਾਂਤੀ ਨਾਲ ਉੱਪਰ ਆਕਾਸ਼ ਵੱਲ ਦੇਖ ਰਹੇ ਨੇ। ਪੁਜਾਰੀਆਂ ਲਈ ਇਹ ਬੜੀ ਹੈਰਾਨੀ ਵਾਲੀ ਗੱਲ ਸੀ। ਇੱਕ ਪੁਜਾਰੀ ਤੋਂ ਤਾਂ ਰਿਹਾ ਹੀ ਨਾ ਗਿਆ। ਉਸਨੇ ਥੋੜੇ ਗੁੱਸੇ ਤੇ ਹੰਕਾਰ ਵਿੱਚ ਆ ਕੇ ਪੁੱਛ ਹੀ ਲਿਆ ਕਿ ਤੁਸੀਂ ਸਾਡੀ ਆਰਤੀ ਨੂੰ ਠੀਕ ਨਹੀਂ ਮੰਨਦੇ? ਵਾਕਈ ਇਹ ਇੱਕ ਅਜਿਹਾ ਸਵਾਲ ਸੀ ਜਿਸਨੇ ਜਿਵੇਂ ਪੂਰੇ ਮਾਹੌਲ ਨੂੰ ਇੱਕ ਪਲ ਲਈ ਰੋਕ ਹੀ ਦਿੱਤਾ ਹੋਵੇ। ਭਾਗ ਤੀਜਾ, ਇਲਾਹੀ ਨਿਗਾਹ, ਸ਼ਾਂਤਮਈ ਵਿਰੋਧਾਭਾਸ। ਅਤੇ ਫਿਰ ਉਹ ਜਵਾਬ ਆਇਆ ਜਿਸਨੇ ਮੇਰੀ ਜ਼ਿੰਦਗੀ, ਮੇਰੀ ਸੋਚ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤੀ। ਗੁਰੂ ਜੀ ਨੇ ਗੁੱਸੇ ਦਾ ਜਵਾਬ ਗੁੱਸੇ ਨਾਲ ਬਿਲਕੁਲ ਨਹੀਂ ਦਿੱਤਾ। ਬੜੇ ਹੀ ਠਰਮੇ ਤੇ ਪਿਆਰ ਨਾਲ ਉਹਨਾਂ ਨੇ ਕਿਹਾ ਕਿ ਦੇਖੋ, ਤੁਹਾਡੀ ਆਰਤੀ ਬਹੁਤ ਸੋਹਣੀ ਹੈ, ਪਰ ਮੈਂ ਤਾਂ ਉਸ ਪ੍ਰਭੂ ਦੀ ਉਸ ਬਹੁਤ ਵੱਡੀ ਆਰਤੀ ਦੇ ਦਰਸ਼ਨ ਕਰ ਰਿਹਾ ਜੋ ਸਾਰੀ ਦੀ ਸਾਰੀ ਕੁਦਰਤ ਦਿਨ-ਰਾਤ ਕਰ ਰਹੀ ਹੈ। ਬਿਲਕੁਲ ਉਸੇ ਸ਼ਾਂਤ ਪਲ ਵਿੱਚ ਭਾਈ ਮਰਦਾਨਾ ਜੀ ਨੇ ਆਪਣੀ ਰਬਾਬ ਦੀਆਂ ਤਾਰਾਂ ਛੇੜੀਆਂ ਤੇ ਫਿਰ ਗੁਰੂ ਜੀ ਨੇ ਇੱਕ ਅਗੰਮੀ ਰੂਹਾਨੀ ਅਵਸਥਾ ਵਿੱਚ ਉਹ ਅਮਰ ਬਾਣੀ ਉਚਾਰੀ, ਗगन में थालो रविचंद दीपक बने। मतलब कि ये जो विशाल आकाश है ना, यही उस प्रभु दा असली थाल है। मेरे यकीन मनियो, इस एक सतर ने पूरे दे पूरे मंदिर विच जिवें एक सन्नाटा जा छा दिता। ये शब्द सिद्धे रूह दे अंदर उतर रहे सन। भाग चौथा, सच्ची ब्रह्मंडी आरती, कुदरत दी अनंत भगती। गुरु जी सानू सच्ची ब्रह्मंडी आरती दे दर्शन करवा रहे सन।
ਉਸ ਵੇਲੇ ਮਾਹੌਲ ਇੰਨਾ ਬਦਲ ਗਿਆ, ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਸਮੁੰਦਰ ਦੀਆਂ ਗੂੰਜਦੀਆਂ ਲਹਿਰਾਂ ਵੀ ਸ਼ਾਂਤ ਹੋ ਕੇ ਬਸ ਬਾਣੀ ਸੁਣ ਰਹੀਆਂ ਹੋਣ। ਹਵਾ ਦੀ ਰਫ਼ਤਾਰ ਬਿਲਕੁਲ ਮੱਠੀ ਤੇ ਪਿਆਰੀ ਜਿਹੀ ਹੋ ਗਈ। ਉੱਥੇ ਮੌਜੂਦ ਹਰ ਇੱਕ ਬੰਦਾ ਮੇਰੇ ਸਮੇਤ ਪੂਰੀ ਤਰ੍ਹਾਂ ਮੰਤਰ ਮੁਗਧ ਸੀ। ਹੁਣ ਜ਼ਰਾ ਗੁਰੂ ਜੀ ਵੱਲੋਂ ਸਮਝਾਈ ਗਈ ਇਸ ਤੁਲਨਾ ਨੂੰ ਧਿਆਨ ਨਾਲ ਸਮਝੋ। ਇੱਕ ਪਾਸੇ ਤਾਂ ਹੈ ਉਹ ਸਭ ਕੁਝ ਜੋ ਅਸੀਂ ਇਨਸਾਨਾਂ ਨੇ ਬਣਾਇਆ ਹੈ, ਸਾਡੇ ਛੋਟੇ ਜਿਹੇ ਚਾਂਦੀ ਦੇ ਥਾਲ, ਘਿਓ ਦੇ ਕੁਝ ਦੀਵੇ, ਮਾੜੀ ਜਿਹੀ ਧੂਪ ਤੇ ਹੱਥ ਨਾਲ ਚੱਲਣ ਵਾਲੇ ਪੱਖੇ। ਅਤੇ ਦੂਜੇ ਪਾਸੇ ਬ੍ਰਹਿਮੰਡੀ ਆਰਤੀ, ਉਹ ਵਿਸ਼ਾਲ ਆਕਾਸ਼, ਉਹ ਚਮਕਦੇ ਸੂਰਜ ਤੇ ਚੰਦ, ਪੂਰੇ ਦੇ ਪੂਰੇ ਚੰਦਨ ਦੇ ਜੰਗਲ ਜੋ ਆਪਣੀ ਕੁਦਰਤੀ ਖੁਸ਼ਬੂ ਮਹਿਕਾ ਰਹੇ ਨੇ, ਅਤੇ ਇਹ ਬੇਅੰਤ ਵਗਦੀ ਹਵਾ। ਇਹ ਤੁਲਨਾ ਸੁਣ ਕੇ ਇਨਸਾਨੀ ਹੰਕਾਰ ਬਿਲਕੁਲ ਟੁੱਟ ਜਾਂਦਾ ਹੈ ਤੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਬ੍ਰਹਿਮੰਡ ਅਸਲ ਵਿੱਚ ਕਿੰਨਾ ਵਿਸ਼ਾਲ ਹੈ। ਆ ਦੇਖੋ, ਇੱਥੇ ਇਸ ਸਾਰੇ ਸੰਕਲਪ ਨੂੰ ਬਹੁਤ ਹੀ ਕਮਾਲ ਤਰੀਕੇ ਨਾਲ ਦਰਸਾਇਆ ਗਿਆ ਹੈ। ਗੁਰੂ ਜੀ ਦੀਆਂ ਇਹ ਉਦਾਹਰਣਾਂ ਸੱਚਮੁੱਚ ਕਮਾਲ ਦੀਆਂ ਨੇ। ਉਹਨਾਂ ਸਮਝਾਇਆ ਕਿ ਭਾਈ, ਤੁਹਾਡੇ ਥਾਲ ਦੀ ਥਾਂ ਪੂਰੇ ਆਕਾਸ਼ ਨੇ ਲੈ ਲਈ ਹੈ, ਦੀਵਿਆਂ ਦੀ ਥਾਂ ਸਾਕਸ਼ਾਤ ਸੂਰਜ ਤੇ ਚੰਦ ਨੇ, ਥਾਲਾਂ ਵਿੱਚ ਰੱਖੇ ਮੋਤੀਆਂ ਦੀ ਬਜਾਏ ਅਸਮਾਨ ਦੇ ਤਾਰੇ ਚਮਕ ਰਹੇ ਨੇ, ਪੱਖੇ ਦੀ ਥਾਂ ਹਵਾ ਆਪ ਚੌਰ ਕਰ ਰਹੀ ਹੈ ਤੇ ਸਾਡੀਆਂ ਛੋਟੀਆਂ ਪੇਟਾਵਾਂ ਦੀ ਥਾਂ ਦੁਨੀਆ ਭਰ ਦੇ ਜੰਗਲਾਂ ਦੇ ਫੁੱਲ ਪ੍ਰਭੂ ਦੀ ਸੇਵਾ ਵਿੱਚ ਲੱਗੇ ਹੋਏ ਨੇ। ਇਹ ਬੜੇ ਹੀ ਬ੍ਰਿਲੀਅੰਟ ਤਰੀਕੇ ਨਾਲ ਦੱਸਦਾ ਹੈ ਕਿ ਕੁਦਰਤ ਦਾ ਜ਼ਰਰਾ ਬਿਨਾਂ ਕਿਸੇ ਭੇਦਭਾਵ ਦੇ ਰੱਬ ਦੀ ਭਗਤੀ ਕਰ ਰਿਹਾ ਹੈ। ਭਾਗ 5ਵਾਂ, ਬਦਲੇ ਹੋਏ ਮਨ, ਅੰਦਰੂਨੀ ਤਬਦੀਲੀ। ਜਦੋਂ ਇਹ ਸਭ ਕੁਝ ਚੱਲ ਰਿਹਾ ਸੀ ਨਾ, ਤਾਂ ਉੱਥੇ ਖੜੇ ਲੋਕਾਂ ਤੇ ਜੋ ਅਸਰ ਹੋਇਆ ਵੇ ਬਿਆਨ ਨਹੀਂ ਕਰ ਸਕਦਾ। ਲੋਕਾਂ ਦੇ ਮਨਾਂ ਵਿੱਚ ਇੱਕ ਡੂੰਘੀ ਤਬਦੀਲੀ ਆ ਰਹੀ ਸੀ। ਮੈਂ ਖੁਦ ਦੇਖਿਆ ਕਿ ਕਿਵੇਂ ਕਈ ਲੋਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਸਨ। ਬਾਰੀ ਭੌਤਿਕ ਭਗਤੀ ਦਾ ਉਹ ਸਾਰਾ ਭਰਮ ਸ਼ੀਸ਼ੇ ਵਾਂਗ ਟੁੱਟ ਚੁੱਕਾ ਸੀ। ਇੱਥੋਂ ਤੱਕ ਕਿ ਉਹ ਬਜ਼ੁਰਗ ਪੁਜਾਰੀ ਜੋ ਥੋੜੀ ਦੇਰ ਪਹਿਲਾਂ ਇੰਨੇ ਗੁੱਸੇ ਵਿੱਚ ਸੀ, ਉਹ ਵੀ ਨਿਮਰਤਾ ਨਾਲ ਗੁਰੂ ਜੀ ਦੇ ਚਰਨਾਂ ਵਿੱਚ ਝੁਕਿਆ ਤੇ ਕਹਿਣ ਲੱਗਾ ਕਿ ਅੱਜ ਸਾਨੂੰ ਅਸਲੀ ਭਗਤੀ ਦਾ ਮਤਲਬ ਸਮਝ ਆਇਆ ਹੈ। ਸੋ ਇੱਥੇ ਆਪਾਂ ਨੂੰ ਸੱਚੀ ਆਰਤੀ ਦੀ ਅਸਲ ਪਰਿਭਾਸ਼ਾ ਮਿਲਦੀ ਹੈ। ਗੁਰੂ ਜੀ ਅਨੁਸਾਰ ਸੱਚੀ ਆਰਤੀ ਕੋਈ ਐਸੀ ਰਸਮ ਨਹੀਂ ਹੈ ਜੋ ਤੁਸੀਂ 15 ਮਿੰਟ ਕੀਤੀ ਤੇ ਫਿਰ ਵਿਹਲੇ। ਨਹੀਂ, ਸਗੋਂ ਇਹ ਤਾਂ ਮਨ ਦੀ ਅੰਦਰੂਨੀ ਪਵਿੱਤਰਤਾ ਹੈ। ਸੋਚ ਕੇ ਦੇਖੋ, ਜੇ ਸਾਡੇ ਦਿਲ ਵਿੱਚ ਹੰਕਾਰ ਹੈ, ਲੋਭ ਹੈ ਜਾਂ ਕਿਸੇ ਲਈ ਨਫ਼ਰਤ ਹੈ, ਤਾਂ ਫਿਰ ਉਹ ਸੋਨੇ ਚਾਂਦੀ ਦੇ ਥਾਲ ਕਿਸ ਕੰਮ ਦੇ? ਅਸਲੀ ਭਗਤੀ ਉਹ ਹੈ ਜੋ ਨਿਰੰਤਰ ਚਲਦੀ ਰਹੇ, ਲਗਾਤਾਰ, ਤੇ ਜੋ ਹਰ ਤਰ੍ਹਾਂ ਦੇ ਹੰਕਾਰ ਤੋਂ ਬਿਲਕੁਲ ਮੁਕਤ ਹੋਵੇ। ਆਓ ਆਪਾਂ ਇਸ ਸਾਰੇ ਤਜਰਬੇ ਚੋਂ ਨਿਕਲੀਆਂ ਮੁੱਖ ਸਿੱਖਿਆਵਾਂ ਤੇ ਛਾਤੀ ਮਾਰਦੇ ਹਾਂ। ਪਹਿਲੀ ਗੱਲ, ਪਰਮਾਤਮਾ ਨੂੰ ਕਿਸੇ ਇੱਕ ਇਮਾਰਤ ਜਾਂ ਮੰਦਰ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ। ਉਹ ਹਰ ਹਵਾ ਦੇ ਝੋਕੇ, ਹਰ ਪੱਤੇ ਵਿੱਚ ਵਸਦਾ ਹੈ। ਦੂਜਾ, ਸਾਰੀ ਮਨੁੱਖਤਾ ਇੱਕ ਹੈ। ਸਾਨੂੰ ਇਸ ਪਿਆਰੀ ਜਿਹੀ ਕੁਦਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ। ਰੱਬ ਨੂੰ ਯਾਦ ਕਰੋ, ਪਰ ਹੰਕਾਰ ਤੋਂ ਬਿਨਾਂ। ਤੇ ਸਭ ਤੋਂ ਵੱਡੀ ਗੱਲ, ਇਮਾਨਦਾਰੀ ਦੀ ਕਿਰਤ ਕਰਕੇ ਦੂਜਿਆਂ ਦੇ ਕੰਮ ਆਉਣਾ ਹੀ ਅਸਲ ਵਿੱਚ ਸਭ ਤੋਂ ਵੱਡੀ ਪੂਜਾ ਹੈ। ਦਿਖਾਵੇ ਨਾਲ ਕੁਝ ਨਹੀਂ ਹੁੰਦਾ, ਸੱਚਾ ਪਿਆਰ ਹੀ ਰੱਬ ਤੱਕ ਪਹੁੰਚਾਉਂਦਾ ਹੈ। ਹੁਣ ਜਿਵੇਂ ਆਪਾਂ ਇਸ ਖਾਸ ਪੇਸ਼ਕਾਰੀ ਦੇ ਅੰਤ ਵੱਲ ਆ ਗਏ ਹਾਂ, ਮੈਂ ਚਾਹੁੰਦਾ ਹਾਂ ਕਿ ਆਪਾਂ ਸਾਰੇ ਇੱਕ ਡੂੰਘੇ ਸਵਾਲ ਬਾਰੇ ਸੋਚੀਏ। ਜੇਕਰ ਇਹ ਵਿਸ਼ਾਲ ਬ੍ਰਹਮੰਡ, ਇਹ ਸੂਰਜ, ਚੰਦ ਤੇ ਹਵਾ ਪਹਿਲਾਂ ਹੀ ਬਿਨਾਂ ਇੱਕ ਪਲ ਰੁਕੇ ਇੱਕ ਇੰਨੀ ਸੰਪੂਰਨ ਅਤੇ ਬੇਅੰਤ ਆਰਤੀ ਕਰ ਰਹੇ ਹਨ, ਤਾਂ ਫਿਰ ਇਸ ਸਾਰੇ ਵਿਸ਼ਾਲ ਨਾਟਕ ਵਿੱਚ ਸਾਡੇ ਮਨੁੱਖੀ ਦਿਲ ਦਾ ਅਸਲ ਕੰਮ ਕੀ ਹੈ? ਕੀ ਸਾਡਾ ਕੰਮ ਸਿਰਫ ਬਾਹਰੀ ਦਿਖਾਵਾ ਕਰਦੇ ਰਹਿਣਾ ਹੈ, ਜਾਂ ਉਸ ਕੁਦਰਤੀ ਮਿੱਠੀ ਜਿਹੀ ਲੈਅ ਦੇ ਨਾਲ ਆਪਣੀ ਅੰਦਰੂਨੀ ਆਵਾਜ਼ ਨੂੰ ਮਿਲਾਉਣਾ ਹੈ? ਇਸ ਸਵਾਲ ਨੂੰ ਜ਼ਰੂਰ ਆਪਣੇ ਜ਼ਿਹਨ ਵਿੱਚ ਰੱਖਿਓ। ਅੱਜ ਦੇ ਇਸ ਖੂਬਸੂਰਤ ਅਤੇ ਇਤਿਹਾਸਿਕ ਸਫ਼ਰ ਵਿੱਚ ਮੇਰੇ ਨਾਲ ਜੁੜਨ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ।